ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ। ਅੱਜ ਦੀ ਕਲਾਸ ਵਿੱਚ ਆਪਾਂ ਪੈਡਾਗੋਜੀ ਦੇ ਕੁਝ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ। ਇਹ ਕਲਾਸ ਤੁਹਾਡੇ ਪੀਐਸ ਟੈਟ ਦੇ ਐਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਨੂੰ। ਕਲਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਲਾਸ ਨੂੰ ਲਾਈਕ ਕਰ ਦਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅੱਜ ਦਾ ਆਪਣਾ ਜਿਹੜਾ ਪਹਿਲਾ ਪ੍ਰਸ਼ਨ ਹੈ, ਫਿਜ਼ੀਕਲ ਫੈਕਟਰ ਦੈਟ ਅਫੈਕਟਸ ਲਰਨਰਸ ਲਰਨਿੰਗ ਇਜ਼। ਭੌਤਿਕ ਕਾਰਕ ਜੋ ਸਿੱਖਿਆਰਥੀਆਂ ਦੀ ਸਿੱਖਣ ਨੂੰ ਪ੍ਰਭਾਵਿਤ ਕਰਦਾ ਹੈ। ਕੀ ਉਹ ਇੰਟਰਸਟ ਹੈ, ਦਿਲਚਸਪੀ, एटीट्यूड रवैया, इंटैलीजेंस, बुद्धि या फिर मैच्योरिटी, परिपक्वता। दोस्तों तुसी वीडियो नू पॉज करना है एंड इस क्वेश्चन का जिहड़ा जवाब है वो कमेंट सैक्शन में जरूर लिखना है। इहदा जिहड़ा सही जवाब है वो की है, क्वेश्चन नू पहला समझो। क्वेश्चन में की पूछा गया है फिजिकल फैक्टर कि जिहड़ा तुहाडी लर्निंग नू जिहड़ा तुहाडे सिੱਖਣ ਨੂੰ ਪ੍ਰਭਾਵਿਤ ਕਰੇਗਾ। जेकर ਆਪਾਂ इंटरस्ट, एटीट्यूड या फिर इंटैलीजेंसी की गल करिए, तुसी इन्हां चीज़ां नू वेख नहीं सकते। भाव यह कि ये फिजिकल फैक्टर तो है नहीं गे। जेकर आप मैच्योरिटी की गल करिए, मैच्योरिटी हुंदी की है, जो तुहाडी फिजिकल ग्रोथ हुंदी हैगी है उहनूं तुसीं मैच्योरिटी का नाम दिंदे हो टाइम के अकॉर्डिंग। सो मैच्योरिटी इज़ द राइट आंसर कि मैच्योरिटी की है, ये एक फिजिकल फैक्टर हैगा जो कि तुहाडी लर्निंग नूं अफैक्ट करता है, सिੱਖਣ ਨੂੰ ਪ੍ਰਭਾਵਿਤ करता है। सो ऑप्शन नंबर डी इज़ द राइट आंसर। चलते हैं अगले प्रश्न ते। ग्रोथ ऑफ अ चाइल्ड इज़ मेनली रिलेटेड टू। ਬੱਚੇ ਦਾ ਵਿਕਾਸ ਮੁੱਖ ਤੌਰ ਤੇ ਇਸ ਨਾਲ ਸੰਬੰਧਿਤ ਹੈ। ਫਿਜ਼ੀਕਲ ਡਿਵੈਲਪਮੈਂਟ, ਸਰੀਰਕ ਵਿਕਾਸ, ਸੋਸ਼ਲ ਡਿਵੈਲਪਮੈਂਟ, ਸਮਾਜਿਕ ਵਿਕਾਸ, ਇਮੋਸ਼ਨਲ ਡਿਵੈਲਪਮੈਂਟ, ਭਾਵਨਾਤਮਕ ਵਿਕਾਸ, ਜਾਂ ਫਿਰ ਆਪਸ਼ਨ ਨੰਬਰ ਡੀ ਮੋਰਲ ਡਿਵੈਲਪਮੈਂਟ, ਨੈਤਿਕ ਵਿਕਾਸ। ਜੇਕਰ ਆਪਾਂ ਗਰੋਥ ਦੀ ਗੱਲ ਕਰ ਰਹੇ ਹਾਂ, ਇੱਥੇ ਆਪਾਂ ਮੇਨਲੀ ਪ੍ਰਗਤੀ ਦੀ ਗੱਲ ਕਰ ਰਹੇ ਹਾਂ। ਇੱਥੇ ਵਿਕਾਸ ਨਹੀਂ ਸੀ ਆਉਣਾ, ਇੱਥੇ ਆਪਾਂ ਮੇਨਲੀ ਗੱਲ ਕਰ ਰਹੇ ਹਾਂ ਪ੍ਰਗਤੀ ਦੀ। ਗਰੋਥ ਜਿਹੜੀ ਹੁੰਦੀ ਆ, ਜੇਕਰ ਆਪਾਂ ਗੱਲ ਕਰੀਏ ਕਿ ਗਰੋਥ ਕਿਹੜੀ ਚੀਜ਼ ਨਾਲ ਸੰਬੰਧਿਤ ਹੈਗੀ ਆ, कि वो फिजिकल डिवेलपमेंट नाल संबंधित है, सोशल डिवेलपमेंट नाल संबंधित है, इमोशनल डिवेलपमेंट नाल या फिर मॉरल डिवेलपमेंट नाल। ग्रोथ जिहड़ी हुंदी है जिन्हों तुसी मेनली प्रगति कह दिंदे हो, प्रगति नूं तुसी वेख सकदे हो, विकास नूं तुसी नहीं वेख सकदे, क्योंकि विकास ओवरऑल डिवेलपमेंट हुंदी है, उहनूं आपां विकास दा नाम दिंदे आ। एंड जिहड़ी अपनी प्रगति हुंदी है, जिवें कि किसी दा भार वध गया, किसी दी हाइट वध गई, ਕਿਸੇ ਦੇ ਜਿਹੜੇ ਮਸਲਸ ਹੈਗੇ ਉਹ ਡਿਵੈਲਪ ਹੋਣੇ ਸ਼ੁਰੂ ਹੋ ਗਏ, ਉਹਨੂੰ ਆਪਾਂ ਮੇਨਲੀ ਪ੍ਰਗਤੀ ਦਾ ਨਾਮ ਦਿੰਨੇ ਆ। ਸੋ ਪ੍ਰਗਤੀ ਜਿਹੜੀ ਹੈਗੀ ਹੈ ਨਾ, ਮੁੱਖ ਤੌਰ ਤੇ ਸੰਬੰਧਿਤ ਹੈਗੀ ਆ ਫਿਜ਼ੀਕਲ ਡਿਵੈਲਪਮੈਂਟ ਨਾਲ, ਸਰੀਰਕ ਵਿਕਾਸ ਨਾਲ। ਜਿਹੜੀ ਆਪਸ਼ਨ ਨੰਬਰ ਏ ਹੈ, ਇਹਦਾ ਜਵਾਬ ਹੋਊਗਾ ਕਿ ਗਰੋਥ ਜਿਹੜੀ ਹੁੰਦੀ ਹੈ, ਪ੍ਰਗਤੀ ਹੁੰਦੀ ਹੈ, ਸੰਬੰਧਿਤ ਹੁੰਦੀ ਹੈ ਫਿਜ਼ੀਕਲ ਡਿਵੈਲਪਮੈਂਟ ਨਾਲ। ਫਿਜ਼ੀਕਲ ਡਿਵੈਲਪਮੈਂਟ ਨਾਲ ਚੱਲਦੇ ਆ ਅਗਲੇ ਪ੍ਰਸ਼ਨ ਤੇ। ਹਿਊਮਨ ਡਿਵੈਲਪਮੈਂਟ ਸਟਾਰਟਸ ਫਰੋਮ। ਮਨੁੱਖੀ ਵਿਕਾਸ ਸ਼ੁਰੂ ਹੁੰਦਾ ਹੈ ਕਦੋਂ ਤੋਂ ਸ਼ੁਰੂ ਹੁੰਦਾ ਹੈ? ਪ੍ਰੀਨੈਟਲ ਸਟੇਜ। ਮੈਨੂੰ ਤਾਂ ਲੱਗਦਾ ਅੱਜ ਬੜੇ ਸੌਖੇ ਸੌਖੇ ਪ੍ਰਸ਼ਨ ਆ ਰਹੇ ਆ, बट एनीवे ਆਪਾਂ क्वेश्चन तो सॉल्व करने ही आ। जन्म तो पहला दी अवस्था प्री चाइल्डहुड स्टेज, प्री बचपन अवस्था, पोस्ट चाइल्डहुड स्टेज बचपन तो बाद दा पड़ा, या फिर स्टेज ऑफ इन्फेंसी बचपन की अवस्था। जेकर आप गल करिए ह्यूमन डिवेलपमेंट की, मनुखी जिहड़ा विकास हैगा तुहानूं की लगता है कदों तो शुरू हो जाता है? जदों बच्चा छोटा होंदा उदों तो शुरू हो जाता है? सो बिल्कुल नहीं। ਇਹ ਜਿਹੜਾ ਵਿਕਾਸ ਹੈਗਾ ਜਦੋਂ ਬੱਚਾ ਆਪਦੀ ਮਾਂ ਦੇ ਢਿੱਡ ਵਿੱਚ ਹੁੰਦਾ ਹੈ, ਗਰਭ ਵਿੱਚ ਹੁੰਦਾ ਹੈ, ਵੋਂਬ ਵਿੱਚ ਹੁੰਦਾ ਹੈ, ਉਦੋਂ ਤੋਂ ਹੀ ਇਹ ਜਿਹੜਾ ਵਿਕਾਸ ਹੈ ਉਹ ਸ਼ੁਰੂ ਹੋ ਜਾਂਦਾ ਹੈ। ਭਾਵ ਜਿਹੜੀ ਵਿਕਾਸ ਦੀ ਪ੍ਰਕਿਰਿਆ ਹੈ ਇਹ ਵੋਂਬ ਟੂ ਟੌਂਬ ਤੱਕ ਚੱਲਦੀ ਹੈ। ਗਰਭ ਤੋਂ ਲੈ ਕੇ ਬੱਚਾ ਜਦੋਂ ਤੱਕ ਮਰ ਨਹੀਂ ਜਾਂਦਾ, ਡੈਥ ਨਹੀਂ ਹੋ ਜਾਂਦੀ, ਉਦੋਂ ਤੱਕ ਜਿਹੜਾ ਉਹਦਾ ਵਿਕਾਸ ਹੈ ਉਹ ਚੱਲਦਾ ਰਹਿੰਦਾ ਹੈ। ਸੋ ਇਸ ਅਕੋਰਡਿੰਗ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਪ੍ਰੀ ਨੈਟਲ ਸਟੇਜ, ਜਨਮ ਤੋਂ ਪਹਿਲਾਂ ਦੀ ਜਿਹੜੀ ਅਵਸਥਾ ਹੁੰਦੀ ਹੈ ਉਸ ਤੋਂ ਪਹਿਲਾਂ ਹੀ ਉਹਦਾ ਜਿਹੜਾ ਵਿਕਾਸ ਹੈ ਬੱਚੇ ਦਾ ਉਹ ਹੋਣਾ ਸ਼ੁਰੂ ਹੋ ਜਾਂਦਾ ਹੈ। ਆਪਸ਼ਨ ਨੰਬਰ ਏ ਨੂੰ ਕਰੋਗੇ ਟਿਕ। ਤੇ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਵਿਚ ਆਫ ਦਾ ਫੋਲੋਇੰਗ ਸਟੇजेस ਆਫ ਡਿਵੈਲਪਮੈਂਟ ਇਜ਼ ਕਾਲਡ ਅ ਯੂਨੀਕ ਸਟੇਜ ਆਫ ਇਮੋਸ਼ਨਲ ਡਿਵੈਲਪਮੈਂਟ ਬਾਈ ਕੋਲ ਐਂਡ ਬਰੂਸ। ਕੋਲ ਅਤੇ ਬਰੂਸ ਨਾਮ ਦੇ ਕੋਈ ਸਾਈਕੋਲੋਜਿਸਟ ਹੋਣਗੇ ਜੀ, ਉਹਨਾਂ ਦੁਆਰਾ ਵਿਕਾਸ ਦੇ ਬਾਰੇ ਕੀ ਗੱਲ ਕੀਤੀ ਗਈ ਹੈ ਕਿ ਵਿਕਾਸ ਦੇ ਹੇਠਲੇ ਪੜਾਵਾਂ ਵਿੱਚੋਂ ਕਿਸ ਨੂੰ ਭਾਵਨਾਤਮਕ ਵਿਕਾਸ ਦਾ ਇੱਕ ਵਿਲੱਖਣ ਪੜਾਅ ਕਿਹਾ ਜਾਂਦਾ ਹੈ। ਅ ਯੂਨੀਕ ਸਟੇਜ ਆਫ ਇਮੋਸ਼ਨਲ ਡਿਵੈਲਪਮੈਂਟ ਬਾਏ ਕੋਲ ਐਂਡ ਬਰੂਸ। ਕਿ ਇਮੋਸ਼ਨਲ ਡਿਵੈਲਪਮੈਂਟ ਇੱਥੇ ਮੇਨਲੀ ਗੱਲ ਕੀਤੀ ਜਾ ਰਹੀ ਹੈ ਕਿ ਇਹੋ ਜਿਹੀ ਕਿਹੜੀ ਸਟੇਜ ਹੈ? ਕੀ ਉਹ ਇਨਫੈਂਸੀ ਸਟੇਜ ਹੈ, शिशु काल है? कि वो चाइल्डहुड स्टेज हैगी है, बचपन काल है, या फिर अडल्टहुड है, बालकता है, या फिर ऑप्शन नंबर डी एडोलसेंस, जिन्हों तुसीं मेनली किशोर अवस्था कह दिंदे हो। जेकर आपां गल करिए इमोशनल जिहड़ी डिवैलपमेंट हैगी आ वो मेनली बच्चे दी इन्फेंसी पीरियड तो शुरू हो जाती है, जिन्हों तुसीं शिशु काल भी कहते हो। तुहानूं सारिआं नूं पता बच्चा बहुत ही छोटा हुंदा, उहनूं जेकर प्यार नाल ना रखिया जावे ते मतलब की हुंदा, वो मतलब काफ़ी ज़्यादा प्रॉब्लम्स आउंदियां बच्चे नूं फ्यूचर दे विच। भाव यह कि उन्होंने स्टार्टिंग दे विच ही उन्होंने बड़ा ही प्यार दिता जाता, जिहदे करके जिहड़ा उहदा इमोशनल डिवैलपमेंट है वो डिवैलप हुंदा है। सो मतलब ये कि ये जिहड़ी स्टेज हुंदी है, यूनीक स्टेज जिहड़ी हुंदी है, इन्फेंसी स्टेज नूं ही आपां कहने आ, शिशु काल नूं। इमोशनल डिवैलपमेंट लई ये बहुत ही ज़्यादा क्रूशियल पीरियड हुंदा है जेकर आपां इन्फेंसी पीरियड की गल करते हैं। और ये किहने कहा सीगा? ये मेनली कोल एंड ब्रूस ने कहा सी इन्हां दे अकॉर्डिंग। सो ऑप्शन नंबर ए इज़ द राइट आंसर, इन्फेंसी पीरियड।
ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਦ ਮੋਸਟ ਕ੍ਰਿਟੀਕਲ ਪੀਰੀਅਡ ਆਫ ਐਕੁਆਜੀਸ਼ਨ ਐਂਡ ਡਿਵੈਲਪਮੈਂਟ ਆਫ ਲੈਂਗੁਏਜ ਇਜ਼, ਭਾਸ਼ਾ ਦੀ ਪ੍ਰਾਪਤੀ ਅਤੇ ਵਿਕਾਸ ਦਾ ਸਭ ਤੋਂ ਨਾਜ਼ੁਕ ਦੌਰ ਕਿਹੜਾ ਹੁੰਦਾ ਹੈ? ਕੀ ਉਹ ਪ੍ਰੀਨੈਟਲ ਪੀਰੀਅਡ ਹੁੰਦਾ ਹੈ, ਜਨਮ ਤੋਂ ਪਹਿਲਾਂ ਦੀ ਮਿਆਦ? ਕੀ ਉਹ ਅਰਲੀ ਚਾਈਲਡਹੁੱਡ, ਸ਼ੁਰੂਆਤੀ ਬਚਪਨ ਹੁੰਦਾ ਹੈ, ਜਾਂ ਫਿਰ ਉਹ ਮਿਡਲ ਚਾਈਲਡਹੁੱਡ, ਮੱਧ ਬਚਪਨ, ਜਾਂ ਫਿਰ ਅਡੋਲੈਸੈਂਸ, ਕਿਸ਼ੋਰ ਅਵਸਥਾ? ਇਹਦਾ ਜਵਾਬ ਦੱਸੋ ਵੀਡੀਓ ਨੂੰ ਪੌਜ਼ ਕਰਕੇ। ਇਹਦਾ ਕੀ ਜਵਾਬ ਹੋਏਗਾ? ਜੇਕਰ ਆਪਾਂ ਭਾਸ਼ਾ ਦੀ ਗੱਲ ਕਰੀਏ, ਭਾਸ਼ਾ ਦਾ ਜਿਹੜਾ ਵਿਕਾਸ ਹੈ ਉਹ ਬੱਚੇ ਦਾ ਐਕੁਆਜੀਸ਼ਨ ਜਾਂ ਫਿਰ ਆਪਾਂ ਗੱਲ ਕਰਦੇ ਹਾਂ ਕਿ ਭਾਸ਼ਾ ਦੀ ਪ੍ਰਾਪਤੀ ਅਤੇ ਵਿਕਾਸ ਦਾ ਸਭ ਤੋਂ ਜਿਹੜਾ ਨਾਜ਼ੁਕ ਦੌਰ ਹੁੰਦਾ ਹੈ ਉਹ ਹੁੰਦਾ ਹੈ ਅਰਲੀ ਚਾਈਲਡਹੁੱਡ ਪੀਰੀਅਡ ਦੇ ਵਿੱਚ। ਕਦੋਂ ਤੋਂ ਹੁੰਦਾ ਹੈ? ਅਰਲੀ ਚਾਈਲਡਹੁੱਡ ਪੀਰੀਅਡ ਦੇ ਵਿੱਚ, ਸ਼ੁਰੂਆਤੀ ਬਚਪਨ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ, ਇਹ ਜਿਹੜਾ ਪੀਰੀਅਡ ਹੁੰਦਾ ਹੈ ਭਾਸ਼ਾ ਦੇ ਵਿਕਾਸ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਚੱਲਦੇ ਹਾਂ ਅੱਜ ਦੇ ਅਗਲੇ ਪ੍ਰਸ਼ਨ ਤੇ। ਵਿਚ ਆਫ ਦਾ ਫੋਲੋਇੰਗ ਇਜ਼ ਅ ਸਟੇਜ ਆਫ ਮੋਰਲ ਡਿਵੈਲਪਮੈਂਟ ਪ੍ਰਪੋਜ਼ਡ ਬਾय ਲਾਰੈਂਸ ਕੋਲਬਰਗ। ਲਾਰੈਂਸ ਕੋਲਬਰਗ ਦੁਆਰਾ ਪ੍ਰਸਤਾਵਿਤ ਨੈਤਿਕ ਵਿਕਾਸ ਦਾ ਜਿਹੜੇ ਪੜਾਅ ਹੈਗੇ ਆ ਜੀ ਹੇਠ ਲਿਖਿਆ ਵਿੱਚੋਂ ਕਿਹੜਾ ਹੈ? ਜੇਕਰ ਆਪਾਂ ਗੱਲ ਕਰੀਏ, ਲੇਟੈਂਸੀ ਸਟੇਜ ਹੈ, ਜਾਂ ਫਿਰ ਸੋਸ਼ਲ ਕੰਟਰੈਕਟ ਓਰੀਐਂਟੇਸ਼ਨ ਹੈ, ਸਮਾਜਿਕ ਇਕਰਾਰਨਾਮੇ ਦੀ ਸਥਿਤੀ, ਜਾਂ ਫਿਰ ਕੰਕਰੀਟ ਆਪਰੇਸ਼ਨਲ ਸਟੇਜ, ਕੰਕਰੀਟ ਸੰਚਾਲਨ ਪੜਾਅ, ਜਾਂ ਫਿਰ ਆਪਸ਼ਨ ਨੰਬਰ ਡੀ ਇੰਡਸਟਰੀ ਵਰਸਸ ਇਨਫੀਰੀਅਰਿਟੀ ਸਟੇਜ, ਮਿਹਨਤਸ਼ੀਲਤਾ ਬਨਾਮ ਹੀਣ ਭਾਵਨਾ। ਐਂਡ ਦੋਸਤੋ, ਤੁਹਾਨੂੰ ਜਿਹੜੀਆਂ ਬਾਕੀ ਦੀਆਂ ਆਪਸ਼ਨਾਂ ਹੋਣਗੀਆਂ ਉਹਨਾਂ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹਦੀ ਥਿਊਰੀ ਵਿੱਚ ਇਹ ਜਿਹੜੀਆਂ ਆਪਸ਼ਨਾਂ ਹੈਗੀਆਂ ਨੇ ਜੀ ਇਹ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ। ਪਹਿਲਾਂ ਆਪਾਂ ਇਹਦਾ ਜਿਹੜਾ ਸਹੀ ਜਵਾਬ ਹੈ ਉਹ ਡਿਸਕਸ ਕਰ ਲੈਂਦੇ ਹਾਂ। ਪਹਿਲਾਂ ਇਹ ਵੇਖ ਲੈਂਦੇ ਹਾਂ ਜਿਹੜੀਆਂ ਇੱਥੇ ਆਪਸ਼ਨਾਂ ਦਿੱਤੀਆਂ ਹੋਈਆਂ ਉਹਨਾਂ ਨੂੰ ਵੀ ਡਿਸਕਸ ਕਰ ਲੈਂਦੇ ਹਾਂ ਕਿ ਇਹਦਾ ਜਵਾਬ ਲੇਟੈਂਸੀ ਸਟੇਜ ਹੋ ਸਕਦਾ ਹੈ। ਬੇਸਿਕਲੀ ਇਹਨਾਂ ਨੇ ਪੁੱਛ ਲਿਆ ਕਿ ਜਿਹੜੀ ਮੋਰਲ ਡਿਵੈਲਪਮੈਂਟ ਹੈਗੀ ਆ ਜਿਹੜੀ ਕਿ ਲਾਰੈਂਸ ਕੋਲਬਰਗ ਦੁਆਰਾ ਦਿੱਤੀ ਗਈ ਸੀ, ਉਹਨਾਂ ਵਿੱਚੋਂ ਦੱਸੋ ਇਹਨਾਂ ਆਪਸ਼ਨਾਂ ਵਿੱਚੋਂ ਕਿਹੜਾ ਜਵਾਬ ਸਹੀ ਹੈ। ਜਿਹੜੀ ਲੇਟੈਂਸੀ ਸਟੇਜ ਹੈਗੀ ਹੈ ਨਾ, ਇੱਕ ਸਿਗਮੰਡ ਫਰॉयड ਦੀ ਥਿਊਰੀ ਹੈਗੀ ਆ ਜਿਹਨੂੰ ਆਪਾਂ ਕਹਿੰਦੇ ਆ ਸਾਈਕੋਸੈਕਸ਼ੂਅਲ ਥਿਊਰੀ, ਸਾਈਕੋਸੈਕਸ਼ੂਅਲ ਡਿਵੈਲਪਮੈਂਟ, ਉਹਦਾ ਜਿਹੜਾ ਪਾਰਟ ਹੈਗਾ ਇਹ ਹੈ ਲੇਟੈਂਸੀ ਸਟੇਜ। ਸੋ ਇਹਦਾ ਜਵਾਬ ਇਹ ਤਾਂ ਨਹੀਂ ਹੋ ਸਕਦਾ। ਜੇਕਰ ਆਪਾਂ ਆਪਸ਼ਨ ਨੰਬਰ ਬੀ ਦੀ ਗੱਲ ਕਰੀਏ, ਦ ਸੋਸ਼ਲ ਕੰਟਰੈਕਟ ਓਰੀਐਂਟੇਸ਼ਨ, ਸਮਾਜਿਕ ਇਕਰਾਰਨਾਮੇ ਦੀ ਸਥਿਤੀ, ਸੋ ਇਹਦਾ ਜਵਾਬ ਇਹ ਤਾਂ ਬਿਲਕੁਲ ਸਹੀ ਹੈਗਾ ਜੇਕਰ ਆਪਾਂ ਇਹਨਾਂ ਆਪਸ਼ਨਾਂ ਨੂੰ ਵੇਖਦੇ ਹਾਂ। ਆਪਸ਼ਨ ਨੰਬਰ ਬੀ ਨੂੰ ਤੁਸੀਂ ਕਰੋਗੇ ਟਿਕ। ਤੇ ਕੰਕਰੀਟ ਆਪਰੇਸ਼ਨਲ ਜਿਹੜੀ ਸਟੇਜ ਹੈਗੀ ਆ ਇਹ ਤੁਹਾਨੂੰ ਮੇਨਲੀ ਪਿਆਜੇ ਦੀ ਕੋਗਨੀਟਿਵ ਜਿਹੜੀ ਡਿਵੈਲਪਮੈਂਟ ਵਾਲੀ ਥਿਊਰੀ ਹੈ ਨਾ ਉਹਦਾ ਹੀ ਇਹ ਪਾਰਟ ਹੈਗਾ, ਜਿਹਦੇ ਵਿੱਚ ਇਹ ਥਰਡ ਸਟੇਜ ਹੁੰਦੀ ਹੈ ਕੰਕਰੀਟ ਆਪਰੇਸ਼ਨਲ ਸਟੇਜ। ਜੇਕਰ ਆਪਾਂ ਇੰਡਸਟਰੀ ਵਰਸਸ ਇਨਫੀਰੀਅਰਿਟੀ ਸਟੇਜ, ਮਿਹਨਤਸ਼ੀਲਤਾ ਬਨਾਮ ਹੀਣ ਭਾਵਨਾ ਵਾਲੀ ਸਟੇਜ ਦੀ ਗੱਲ ਕਰੀਏ, ਇਹ ਸਟੇਜ ਐਰਿਕ ਐਰਿਕਸਨ ਦੀ ਸਟੇਜ ਵਿੱਚੋਂ ਹੀ ਲਈ ਗਈ ਹੈ। ਸੋ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਵਿਚ ਆਫ ਦਾ ਫੋਲੋਇੰਗ ਬਿਹੇਵੀਅਰ ਕਰੈਕਟਰਾਈਜ਼ ਦ ਕੰਕਰੀਟ ਆਪਰੇਸ਼ਨਲ ਸਟੇਜ ਐਜ਼ ਪ੍ਰਪੋਜ਼ਡ ਬਾय ਜੀਨ ਪਿਆਜੇ। ਨਿਮਨਲਿਖਤ ਵਿੱਚੋਂ ਕਿਹੜਾ ਵਿਵਹਾਰ ਜੀਨ ਪਿਆਜੇ ਦੁਆਰਾ ਪ੍ਰਸਤਾਵਿਤ ਕੰਕਰੀਟ ਸੰਚਾਲਨ ਪੜਾਅ ਨੂੰ ਦਰਸਾਉਂਦਾ ਹੈ? ਹਾਈਪੋਥੈਟਿਕਲ ਡਿਡਕਟਿਵ ਰੀਜ਼ਨਿੰਗ, ਪ੍ਰਪੋਜ਼ਨਲ ਥਾਟ, ਕੰਜ਼ਰਵੇਸ਼ਨ, ਕਲਾਸ ਇਨਕਲੂਜਨ, ਸੰਭਾਲ ਕਲਾਸ ਸ਼ਾਮਲ, ਡਿਫੈਰਡ ਇਮੀਟੇਸ਼ਨ, ਆਬਜੈਕਟ ਪਰਮਾਨੈਂਸ, ਮੁਲਤਵੀ ਨਕਲ, ਵਸਤੂ ਸਥਾਇਤਾ, ਮੇਕ ਬਿਲੀਵ ਪਲੇ, ਇਰਰਿਵਰਸਿਬਿਲਿਟੀ ਆਫ ਥਾਟ, ਵਿਚਾਰ ਦੀ ਅਟਲਤਾ। ਇਹਦਾ ਜਿਹੜਾ ਸਹੀ ਜਵਾਬ ਹੋਏਗਾ, ਇੱਥੇ ਤੁਹਾਨੂੰ ਪੁੱਛਿਆ ਕੀ ਜਾ ਰਿਹਾ ਹੈ, ਇੱਥੇ ਬੇਸਿਕਲੀ ਜਿਹੜੀ ਜੀਨ ਪਿਆਜੇ ਦੀ ਥਿਊਰੀ ਹੈਗੀ ਹੈ ਨਾ, ਜੀਨ ਪਿਆਜੇ ਦੀ ਕਿਹੜੀ ਥਿਊਰੀ ਹੈ? ਕੋਗਨੀਟਿਵ ਡਿਵੈਲਪਮੈਂਟ ਵਾਲੀ। ਉਹਦੇ ਵਿੱਚੋਂ ਤੁਹਾਨੂੰ ਪੁੱਛਿਆ ਜਾ ਰਿਹਾ ਹੈ ਕਿ ਕੰਕਰੀਟ ਆਪਰੇਸ਼ਨਲ ਜਿਹੜੀ ਸਟੇਜ ਹੈਗੀ ਆ ਉਹਦੀ ਤੁਸੀਂ ਵਿਸ਼ੇਸ਼ਤਾ ਦੱਸਣੀ ਹੈ। ਹਾਈਪੋਥੈਟਿਕਲ ਜਿਹੜੀ ਡਿਡਕਟਿਵ ਰੀਜ਼ਨਿੰਗ ਹੈਗੀ ਆ ਇਹ ਮੇਨਲੀ ਜਿਹੜੀ ਫੋਰਥ ਸਟੇਜ ਹੁੰਦੀ ਹੈ, ਜਿਹਨੂੰ ਤੁਸੀਂ ਫਾਰਮਲ ਆਪਰੇਸ਼ਨਲ ਸਟੇਜ ਵੀ ਕਹਿੰਦੇ ਹੋ, ਉਹਦਾ ਪਾਰਟ ਹੈਗਾ, ਫੋਰਥ ਸਟੇਜ ਦਾ ਪਾਰਟ ਹੈ ਆਪਸ਼ਨ ਨੰਬਰ ਏ। ਜੇਕਰ ਆਪਾਂ ਗੱਲ ਕਰੀਏ ਆਪਸ਼ਨ ਨੰਬਰ ਬੀ ਕੰਜ਼ਰਵੇਸ਼ਨ ਕਲਾਸ ਇਨਕਲੂਜਨ, ਸੋ ਇਹ ਪਾਰਟ ਹੈਗੀ ਆ ਕੰਕਰੀਟ ਆਪਰੇਸ਼ਨਲ ਸਟੇਜ ਦੀ। ਆਪਸ਼ਨ ਨੰਬਰ ਬੀ ਨੂੰ ਤਾਂ ਤੁਸੀਂ ਲਗਾਓਗੇ ਹੀ ਟਿਕ। ਐਂਡ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਬੱਚਾ ਸਿੱਖ ਜਾਂਦਾ ਹੈ, ਬੱਚੇ ਨੂੰ ਬੇਸਿਕਲੀ ਕੰਜ਼ਰਵੇਸ਼ਨ ਦਾ ਜਿਹੜਾ ਕਨਸੈਪਟ ਹੈ ਉਹ ਪਤਾ ਲੱਗ ਜਾਂਦਾ। ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਸੀਗਾ, ਮੰਨ ਲਓ ਇੱਕ ਵੱਡਾ ਗਲਾਸ ਤੁਸੀਂ ਬੱਚੇ ਨੂੰ ਵਿਖਾ ਰਹੇ ਹੋ ਜਿਹੜਾ ਕਿ ਹਾਈਟ ਵਿੱਚ ਬਹੁਤ ਜ਼ਿਆਦਾ ਵੱਡਾ ਹੈਗਾ, ਤੇ ਦੂਜਾ ਤੁਸੀਂ ਗਲਾਸ ਵਿਖਾ ਰਹੇ ਹੋ ਇੱਕ ਇਹੋ ਜਿਹਾ ਕੰਟੇਨਰ ਹੈਗਾ ਜਿਹੜਾ ਕਿ ਹੈ ਮਤਲਬ ਉਹਦੀ ਸ਼ੇਪ ਵਾਈਡ ਹੈਗੀ ਆ ਬਟ ਉਹਦੇ ਵਿੱਚ ਪਾਣੀ ਸੇਮ ਹੀ ਆਉਂਦਾ। ਬਟ ਜਦੋਂ ਤੁਸੀਂ ਬੱਚੇ ਨੂੰ ਦਿੰਦੇ ਹੋ ਤੇ ਉਹਨੂੰ ਪਤਾ ਆ ਕਿ ਹਾਂ ਵੀ ਦੋਨਾਂ ਵਿੱਚ ਸੇਮ ਕੁਆਂਟੀਟੀ ਆਫ ਵਾਟਰ ਜਾਂ ਫਿਰ ਕੋਈ ਵੀ ਜੂਸ ਵਗੈਰਾ ਹੋ ਸਕਦਾ। ਮਤਲਬ ਇਹ ਕਿ ਬੱਚੇ ਦੇ ਵਿੱਚ ਇਹ ਜਿਹੜੀ ਕੈਪੇਬਿਲਿਟੀ ਹੈਗੀ ਆ ਇਹ ਆ ਜਾਂਦੀ ਹੁੰਦੀ ਆ। ਇਸ ਤੋਂ ਪਹਿਲਾਂ ਵਾਲੀ ਜਿਹੜੀ ਸਟੇਜ ਹੁੰਦੀ ਆ ਜਿਹਨੂੰ ਤੁਸੀਂ ਪ੍ਰੀ ਆਪਰੇਸ਼ਨਲ ਪੀਰੀਅਡ ਕਹਿੰਦੇ ਸੀਗੇ, ਉਹਦੇ ਵਿੱਚ ਇਹ ਜਿਹੜੇ ਫੀਚਰ ਸੀਗੇ ਉਹ ਡਿਵੈਲਪ ਨਹੀਂ ਹੋਏ ਹੁੰਦੇ। ਭਾਵ ਕੰਜ਼ਰਵੇਸ਼ਨ ਵਾਲਾ ਜਿਹੜਾ ਕਨਸੈਪਟ ਹੈ, ਕਲਾਸ ਇਨਕਲੂਜਨ ਵਾਲਾ ਜਿਹੜਾ ਕਨਸੈਪਟ ਹੈ, ਇਹ ਬੱਚੇ ਵਿੱਚ ਉਦੋਂ ਆ ਜਾਂਦੇ ਹੁੰਦੇ ਆ ਕੰਕਰੀਟ ਆਪਰੇਸ਼ਨਲ ਸਟੇਜ ਵਿੱਚ। ਜੇਕਰ ਆਪਾਂ ਗੱਲ ਕਰੀਏ ਆਪਸ਼ਨ ਨੰਬਰ ਸੀ ਦੀ, ਡਿਫਰਡ ਇਮੀਟੇਸ਼ਨ, ਆਬਜੈਕਟ ਪਰਮਾਨੈਂਸ, ਮੁਲਤਵੀ ਨਕਲ, ਵਸਤੂ ਸਥਾਇਤਾ, ਇਹ ਤੁਹਾਨੂੰ ਮੇਨਲੀ ਜਿਹੜੀ ਉਹਦੀ ਪਹਿਲੀ ਸਟੇਜ ਹੁੰਦੀ ਆ ਜਿਹਨੂੰ ਤੁਸੀਂ ਇਨਫੈਂਸੀ ਸਟੇਜ ਕਹਿੰਦੇ ਹੋ, ਇਹ ਜਿਹੜੀ ਚੀਜ਼ ਹੈਗੀ ਆ ਉਹਦੇ ਵਿੱਚ ਇਹ ਸ਼ਾਮਿਲ ਹੋ ਜਾਂਦੀ ਹੁੰਦੀ ਆ। ਭਾਵ ਇਨਫੈਂਸੀ ਸਟੇਜ ਦੇ ਵਿੱਚ ਡਿਫਰਡ ਇਮੀਟੇਸ਼ਨ ਬੱਚਾ ਬੇਸਿਕਲੀ ਨਕਲ ਕਰਕੇ ਹੀ ਸਿੱਖਦਾ ਹੈਗਾ। ਆਬਜੈਕਟ ਪਰਮਾਨੈਂਸ ਵਾਲਾ ਕਨਸੈਪਟ ਵੀ ਉੱਥੇ ਹੀ ਵੇਖਣ ਨੂੰ ਮਿਲਦਾ ਹੈ। ਆਪਸ਼ਨ ਨੰਬਰ 4 ਹੈਗੀ ਆ ਮੇਕ ਬਿਲੀਵ ਪਲੇ, ਇਰਰਿਵਰਸਿਬਿਲਿਟੀ ਆਫ ਥਾਟ।
ਜਿਵੇਂ ਮੰਨ ਲਓ ਤੁਸੀਂ ਉਹਨੂੰ 1 ਤੋਂ ਲੈ ਕੇ 100 ਤੱਕ ਗਿਣਤੀ ਸੁਣੀ, ਤੁਸੀਂ ਉਹਨੂੰ ਕਿਹਾ ਕਿ ਹਾਂ ਵੀ ਹੁਣ ਤੂੰ 100 ਤੋਂ ਲੈ ਕੇ 1 ਤੱਕ ਗਿਣਤੀ ਸੁਣਾ, ਹੈ ਨਾ ਵੀ ਆਪੋਜ਼ਿਟ ਜਿਹੜੀ ਕਾਊਂਟਿੰਗ ਹੁੰਦੀ ਆ ਹੁਣ ਉਹਨੂੰ ਕਰ, ਮਤਲਬ ਉਹ ਨਹੀਂ ਕਰ ਪਾਉਂਦਾ। ਇਰਰਿਵਰਸਿਬਿਲਿਟੀ ਆਫ ਥਾਟ ਹੁੰਦੀ ਆ, ਆਪਦੇ ਜਿਹੜੇ ਵਿਚਾਰ ਹੁੰਦੇ ਆ ਉਹਨੂੰ ਨਹੀਂ ਉਲਟਾ ਪਾਉਂਦਾ, ਜਿਹੜੀ ਵੀ ਆਪਾਂ ਉਹਨੂੰ ਗੱਲ ਕਹਿੰਦੇ ਆ। ਸੋ ਇਹ ਜਿਹੜੀ ਸਟੇਜ ਹੈਗੀ ਆ ਇਹ ਤੁਹਾਨੂੰ ਮੇਨਲੀ ਪ੍ਰੀ ਆਪਰੇਸ਼ਨਲ ਸਟੇਜ ਵਿੱਚ ਵੇਖਣ ਨੂੰ ਮਿਲਦੀ ਆ। ਇੱਥੇ ਜਿਹੜਾ ਸਹੀ ਜਵਾਬ ਹੈ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਅ ਪਿਆਜੇਟੀਅਨ ਕੰਸਟਰਕਟ ਇਨ ਦਾ ਕੰਟੈਕਸਟ ਆਫ ਕੋਗਨੀਟਿਵ ਡਿਵੈਲਪਮੈਂਟ ਆਫ ਚਿਲਡਰਨ। ਬੱਚਿਆਂ ਦੇ ਬੌਧਾਤਮਕ ਵਿਕਾਸ ਦੇ ਸੰਦਰਭ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਪਿਆਜੇਟੀਅਨ ਰਚਨਾ ਹੈ? ਕੀ ਉਹ ਸਕੀਮਾਜ਼ ਹੈ, ਆਬਜ਼ਰਵੇਸ਼ਨਲ ਲਰਨਿੰਗ ਹੈ, ਨਿਰੀਖਣ ਸੰਬੰਧੀ ਸਿੱਖਿਆ, ਜਾਂ ਫਿਰ ਕੰਡੀਸ਼ਨਿੰਗ ਹੈ, ਜਾਂ ਫਿਰ ਉਹ ਰਿਨਫੋਰਸਮੈਂਟ ਹੈ? ਦੱਸੋ ਇਹਦਾ ਕੀ ਜਵਾਬ ਹੋਏਗਾ। ਜੇਕਰ ਆਪਾਂ ਪਿਆਜੇ ਦੀ ਗੱਲ ਕਰੀਏ, ਪਿਆਜੇ ਮੇਨਲੀ ਗੱਲ ਕਰਦੇ ਸੀਗੇ ਸਕੀਮਾਂ ਦੀ। ਕੀ ਗੱਲ ਕਰਦੇ ਸੀਗੇ? ਕੋਗਨੀਟਿਵ ਡਿਵੈਲਪਮੈਂਟ ਦੇ ਵਿੱਚ ਹੀ ਇਹ ਗੱਲ ਕਰਦੇ ਸੀਗੇ, ਮੇਨਲੀ ਉਹ ਸਕੀਮਾਂ ਦੀ ਵੀ ਗੱਲ ਕਰਦੇ ਹੁੰਦੇ ਸੀਗੇ। ਸੋ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਚਾਈਲਡ ਸੈਂਟਰਡ ਪੈਡਾਗੋਜੀ ਪ੍ਰਮੋਟਸ। ਚਾਈਲਡ ਸੈਂਟਰਡ ਜਿਹੜੀ ਪੈਡਾਗੋਜੀ ਹੁੰਦੀ ਹੈ ਕੀ ਪ੍ਰਮੋਟ ਕਰਦੀ ਹੈ? ਬਾਲ ਕੇਂਦਰਿਤ ਸਿੱਖਿਆ ਸ਼ਾਸਤਰ ਨੂੰ ਉਤਸ਼ਾਹਿਤ ਕਰਦਾ ਹੈ। ਐਕਸਕਲੂਸਿਵ ਰਿਲਾਇੰਸ ਔਨ ਟੈਕਸਟ ਬੁੱਕਸ ਕੀ ਪਾਠ ਪੁਸਤਕਾਂ ਤੇ ਵਿਸ਼ੇਸ਼ ਨਿਰਭਰਤਾ ਹੋਣੀ ਚਾਹੀਦੀ ਹੈ। ਗਿਵਿੰਗ ਪ੍ਰਾਇਮਰੀ ਟੂ ਚਿਲਡਰਨ ਐਕਸਪੀਰੀਐਂਸਿਸ, ਬੱਚੇ ਦੇ ਤਜਰਬਿਆਂ ਨੂੰ ਪ੍ਰਾਇਮਰੀ ਦੇਣਾ ਭਾਵ ਪ੍ਰਾਥਮਿਕਤਾ ਦੇਣ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ। ਜਾਂ ਫਿਰ ਆਪਸ਼ਨ ਨੰਬਰ ਸੀ, ਰੋਟ ਮੈਮੋਰਾਈਜੇਸ਼ਨ ਕੀ ਜਿਹੜੀ ਰੱਟਾ ਲਗਾਉਣ ਵਾਲੀ ਗੱਲ ਹੈਗੀ ਹੈ ਇਹ ਕਰਨੀ ਚਾਹੀਦੀ ਹੈ। ਜਾਂ ਫਿਰ ਆਪਸ਼ਨ ਨੰਬਰ ਡੀ, ਲੇਬਲਿੰਗ ਐਂਡ ਕੈਟੇਗਰਾਈਜੇਸ਼ਨ ਆਫ ਸਟੂਡੈਂਟ ਬੇਸਡ ਔਨ ਐਬਿਲਿਟੀ। ਇਹ ਤਾਂ ਕਹਿ ਰਿਹਾ ਕਿ ਤੁਸੀਂ ਬੱਚਿਆਂ ਨੂੰ ਵੰਡ ਦਿਓ, ਉਹਨਾਂ ਨੂੰ ਨਾ ਉਹਨਾਂ ਦੀ ਕੈਪੈਸਿਟੀ ਦੇ ਆਧਾਰ ਤੇ ਜਿਹੜਾ ਬੱਚਾ ਜਿੰਨਾ ਇੰਟੈਲੀਜੈਂਟ ਹੈਗਾ ਉਹਨੂੰ ਉਸ ਆਧਾਰ ਤੇ ਵੰਡ ਦਿੱਤਾ ਜਾਵੇ। ਕੀ ਤੁਹਾਨੂੰ ਲੱਗਦਾ ਹੈ ਕਿ ਚਾਈਲਡ ਸੈਂਟਰਡ ਐਜੂਕੇਸ਼ਨ ਇਸ ਨੂੰ ਪ੍ਰਮੋਟ ਕਰਦੀ ਹੈ? ਸੋ ਬਿਲਕੁਲ ਨਹੀਂ। ਰੱਟਾ ਜਿੱਥੇ ਆ ਗਿਆ ਜੀ, ਰੱਟੇ ਵਾਲੇ ਜਵਾਬ ਨੂੰ ਵੀ ਤੁਸੀਂ ਐਲੀਮੀਨੇਟ ਕਰਨਾ ਹੈ, ਇਹ ਵੀ ਆਪਸ਼ਨ ਗਲਤ ਹੋ ਗਈ। ਇੱਥੇ ਲਿਖਿਆ ਹੋਇਆ ਆਪਸ਼ਨ ਨੰਬਰ ਏ ਵਿੱਚ ਕਿ ਤੁਸੀਂ ਪਾਠ ਪੁਸਤਕਾਂ ਤੇ ਹੀ ਨਿਰਭਰ ਰਹਿਣਾ ਹੈ, ਇਹ ਵੀ ਗੱਲ ਗਲਤ ਹੈ ਜੀ। ਗਿਵਿੰਗ ਪ੍ਰਾਇਮਰੀਲੀ ਟੂ ਚਿਲਡਰਨ ਐਕਸਪੀਰੀਐਂਸ, ਬੱਚਿਆਂ ਦੇ ਜਿਹੜੇ ਤਜਰਬੇ ਹੈਗੇ ਆ ਉਹਨਾਂ ਨੂੰ ਆਪਾਂ ਪ੍ਰਾਥਮਿਕਤਾ ਦੇਣੀ ਹੁੰਦੀ ਹੈ। ਸੋ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਲਾਸਟ ਪ੍ਰਸ਼ਨ, ਇਨ ਵਿਚ ਆਫ ਦਾ ਫੋਲੋਇੰਗ ਪੀਰੀਅਡ ਆਫ ਫਿਜ਼ੀਕਲ ਗਰੋਥ ਐਂਡ ਡਿਵੈਲਪਮੈਂਟ ਅਕਰਸ ਐਟ ਅ ਰੈਪਿਡ ਪੇਸ। ਹੇਠ ਲਿਖਿਆਂ ਵਿੱਚੋਂ ਕਿਸ ਮਿਆਦ ਵਿੱਚ ਸਰੀਰਕ ਵਿਕਾਸ ਅਤੇ ਵਿਕਾਸ ਤੇਜ਼ ਰਫ਼ਤਾਰ ਨਾਲ ਹੁੰਦਾ ਹੈ? ਇਨਫੈਂਸੀ ਐਂਡ अर्ਲੀ ਚਾਈਲਡਹੁੱਡ, ਬਚਪਨ ਅਤੇ ਸ਼ੁਰੂਆਤੀ ਬਚਪਨ। अर्ਲੀ ਚਾਈਲਡਹੁੱਡ ਐਂਡ ਮਿਡਲ ਚਾਈਲਡਹੁੱਡ, ਸ਼ੁਰੂਆਤੀ ਬਚਪਨ ਅਤੇ ਮੱਧ ਬਚਪਨ। ਮਿਡਲ ਚਾਈਲਡਹੁੱਡ ਐਂਡ ਐਡੋਲੈਸੈਂਸ, ਮੱਧ ਬਚਪਨ ਅਤੇ ਕਿਸ਼ੋਰ ਅਵਸਥਾ। ਜਾਂ ਫਿਰ ਆਪਸ਼ਨ ਨੰਬਰ ਡੀ, ਐਡੋਲੈਸੈਂਸ ਐਂਡ ਅਡਲਟਹੁੱਡ, ਕਿਸ਼ੋਰ ਅਵਸਥਾ ਅਤੇ ਬਾਲਗਤਾ। ਕੁਐਸਚਨ ਕੀ ਪੁੱਛਿਆ ਗਿਆ ਹੈ? ਫਿਜ਼ੀਕਲ ਗਰੋਥ ਦੀ ਇੱਥੇ ਮੇਨਲੀ ਗੱਲ ਕੀਤੀ ਗਈ ਹੈ ਕਿ ਇਹੋ ਜਿਹੀ ਕਿਹੜੀ ਸਟੇਜ ਆਉਂਦੀ ਹੈ ਜਿਹਦੇ ਵਿੱਚ ਜਿਹੜੀ ਫਿਜ਼ੀਕਲ ਗਰੋਥ ਹੈਗੀ ਆ, ਸਰੀਰਕ ਵਿਕਾਸ ਹੈ, ਉਹ ਬਹੁਤ ਹੀ ਤੇਜ਼ੀ ਨਾਲ ਹੁੰਦਾ ਹੈ। ਸੋ ਇਹਦਾ ਸਹੀ ਜਵਾਬ ਹੈ ਇਨਫੈਂਸੀ ਐਂਡ अर्ਲੀ ਚਾਈਲਡਹੁੱਡ ਪੀਰੀਅਡ। ਬਚਪਨ ਅਤੇ ਜਿਹੜਾ ਸ਼ੁਰੂਆਤੀ ਇਹਨਾਂ ਦਾ ਬਚਪਨ ਹੁੰਦਾ ਹੈ ਉਹਦੇ ਵਿੱਚ ਜਿਹੜੀ ਤੁਹਾਨੂੰ ਰੈਪਿਡ ਗਰੋਥ ਹੈਗੀ ਆ ਇਹਨਾਂ ਦੇ ਬੱਚਿਆਂ ਦੀ ਫਿਜ਼ੀਕਲ ਗਰੋਥ ਦੀ, ਇਹ ਤੁਹਾਨੂੰ ਵੇਖਣ ਨੂੰ ਮਿਲਦੀ ਹੈਗੀ ਆ। ਸੋ ਇਹ ਆਪਣਾ ਲਾਸਟ ਪ੍ਰਸ਼ਨ ਸੀ। ਉਮੀਦ ਤਾਂ ਮੈਂ ਇਹੀ ਕਰੂੰਗਾ ਸੈਸ਼ਨ ਤੁਹਾਨੂੰ ਵਧੀਆ ਜ਼ਰੂਰ ਲੱਗਿਆ ਹੋਊਗਾ। ਜ਼ਿਆਦਾ ਨਾ ਸਹੀ ਕੁਝ ਤਾਂ ਜ਼ਰੂਰ ਤੁਹਾਡੀ ਹੈਲਪ ਹੋਈ ਹੋਊਗੀ, ਤੁਹਾਡੇ ਕਨਸੈਪਟ ਜਿਹੜੇ ਹੈਗੇ ਆ ਕਲੀਅਰ ਹੋਏ ਹੋਣਗੇ। ਜੇਕਰ ਤੁਹਾਨੂੰ ਲੱਗਦਾ ਹੈ ਵੀਡੀਓ ਹੈਲਪਫੁਲ ਸੀਗੀ, ਤੁਸੀਂ ਇਸ ਕਲਾਸ ਨੂੰ ਲਾਈਕ ਤਾਂ ਕਰਨਾ ਹੀ ਹੈ ਐਂਡ ਆਪਦੇ ਦੋਸਤਾਂ ਨੂੰ ਵੀ ਸ਼ੇਅਰ ਕਰਨਾ ਹੈ। ਚੈਨਲ ਨੂੰ ਜੇਕਰ ਤੁਸੀਂ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵਾਲਾ ਜਿਹੜਾ ਬਟਨ ਹੈ ਉਹਨੂੰ ਤੁਸੀਂ ਜ਼ਰੂਰ ਪ੍ਰੈਸ ਕਰ ਲਿਓ। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ, ਵੀਡੀਓ ਨੂੰ ਕਰਦੇ ਹਾਂ ਖਤਮ। ਕੱਲ ਨੂੰ ਅਸੀਂ ਹੋਰ ਵੀ ਇੰਟਰਸਟਿੰਗ ਜਿਹੜੀ ਕਲਾਸ ਹੈਗੀ ਆ ਉਹ ਲੈ ਕੇ ਆਵਾਂਗੇ। ਸੋ ਇਸ ਦੇ ਨਾਲ ਹੀ ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।